पर हुण पता ही लगा कि भगवंत मान हुणी पत्रकारां दी जिहड़ी एंट्री आ वो बंद करन जा रहे आ। ये हदायतां आ मंत्रियां नूं कि पत्रकारां नाल घट्टो घट्ट गल कीती जावे, चाहे पुछदे जो मर्जी रहण। तुसीं जवाब जिहड़ा अपना वो 4-5 जिहड़े तुहानूं बिंदु दस्से होए आ, पॉइंट दस्से होए आ, ਉਹਦੇ ਦੁਆਲੇ ਘੁੰਮਣਾ ਚਾਹੀਦਾ कि पिछले दिनी लोक संपर्क विभाग ਵਿੱਚ ਜਿਹੜੀਆਂ ਵੱਡੇ ਪੱਧਰ ਤੇ ਬਦਲੀਆਂ ਹੋਈਆਂ ਉਹ ਇਸ ਕਰਕੇ ਹੋਈਆਂ ਕਿ ਸਾਹਿਬ ਨੂੰ ਇਹ ਗਿਲਾ ਸੀ ਕਿ ਜਿਹੜੀਆਂ ਖਬਰਾਂ ਸ਼ੁਭਦੀਪ ਸਿੰਘ ਮੂਸੇਵਾਲਾ ਨੂੰ ਲੈ ਕੇ ਲੱਗੀਆਂ ਜਿਨ੍ਹਾਂ ਨਾਲ ਸਰਕਾਰ ਦਾ ਅਕਸ ਜਿਹੜਾ ਉਹ ਹੇਠਾਂ ਆਇਆ ਉਹ ਖਬਰਾਂ ਨਹੀਂ ਸੀ ਲੱਗਣੀ ਚਾਹੀਦੀਆਂ। ਸਾਡੀਆਂ ਜਾਣਕਾਰੀ ਇਹ ਕਹਿੰਦੀ ਆ ਕਨਸੋਆਂ ਇਹ ਨੇ कि अगले दिन ही कांग्रेस के 3 होर MP 4 भी हो सकते हैं भारतीय जनता पार्टी शामिल होंगे। हुण जिहड़ी मुहिम शुरू हो रही है वो हो रही है कि जिला लैवल ते ब्लाक लैवल ते पिंड लैवल ते जिहड़े लोग आ वो भारतीय जनता पार्टी में शामिल कराए जाण ते लगातार लड़ी जिहड़ी टुटण ना दित्ती जावे ते इह प्रभाव पाया जावे कि लोग जिहड़े आ वो भारतीय जनता पार्टी नूं चाहुंदे आ, जिहड़े पार्टी छड्ड के जा रहे आ कि ਉਹ ਹੁਣ ਕਾਂਗਰਸ ਦੀ ਆਈਡੀਓਲੋਜੀ ਨਾਲੋਂ ਟੁੱਟ ਗਏ ਜਾਂ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਨਾਲ ਜੁੜ ਗਏ ਜਾਂ ਆਪਾਂ ਕਹਿ ਲਈਏ ਕਿ ਹੁਣ ਜਿਹੜੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹੇ ਆ ਕਿ ਹੁਣ ਉਹ ਨੀਤੀਆਂ ਉਹਨਾਂ ਨੂੰ ਪਸੰਦ ਆ ਗਈਆਂ। ਜਿਹੜੇ 11 ਮੈਂਬਰੀ ਕਮੇਟੀ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕਰ ਰਹੇ ਸੀ ਉਪਰਾਲਾ ਕਿ ਉਹਨੂੰ ਸੱਟ ਨਹੀਂ ਵੱਜੂਗੀ ਕਿ 11 ਮੈਂਬਰੀ ਕਮੇਟੀ ਵਿੱਚ ਜਿਹੜੇ ਹੱਥ ਜੋੜ ਕੇ ਚੱਲਦੇ ਸੀ ਸਿਮਰਜੀਤ ਸਿੰਘ ਮਾਨ ਨਾਲ ਹੁਣ ਸਿਮਰਜੀਤ ਸਿੰਘ ਮਾਨ ਨੂੰ ਸਟੇਜਾਂ ਤੇ ਭੰਡਣਗੇ। ਦ ਖਾਲਿਸ ਟੀਵੀ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪਿਆਰ ਕਰਨ ਵਾਲੇ ਦੋਸਤੋ, ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਿਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ। ਕਮਲਜੀਤ ਸਿੰਘ ਬਣਵੈਦ ਦੀ ਸਤਿ ਸ੍ਰੀ ਅਕਾਲ। ਬੜੀਆਂ ਸਾਰੀਆਂ ਖਬਰਾਂ ਅਜਿਹੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਪੀੜ ਦਿੰਦੀਆਂ, ਪਰ ਕਈ ਵਾਰੀ ਖਬਰ ਬਣਨ ਤੋਂ ਪਹਿਲਾਂ ਹੀ ਤੁਹਾਡੇ ਕੋਲ ਇੱਕ ਇਹੋ ਜਿਹੀ ਇਨਫੋਰਮੇਸ਼ਨ ਆ ਜਾਂਦੀ ਆ ਜਿਹਦੇ ਨਾਲ ਤੁਸੀਂ ਦੁਖੀ ਵੀ ਹੁੰਦੇ ਹੋ, ਚਿੰਤਤ ਵੀ, ਤੇ ਤੁਹਾਨੂੰ ਇੱਕ ਝੋਰਾ ਵੀ ਲੱਗ ਜਾਂਦਾ। ਸਾਡੇ ਕੋਲੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਨਾਲ ਜੁੜੀ ਇੱਕ ਅਜਿਹੀ ਸੂਚਨਾ ਆ ਜਿਹਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਜਿਹੀਆਂ ਖਬਰਾਂ ਦੇ ਕੋਈ ਸਬੂਤ ਨਹੀਂ ਹੁੰਦੇ ਜਿਹੜੇ ਫੈਸਲੇ ले जाने वाले जवानी कलामी जिन्हां ते सहमति हो गई। खबर यह आ कि मुख मंत्री दफ्तर विच पत्रकारां दा दाखला बंद किया जा रहा। पंजाब सकत्तरे की दूजी मंजिल ते मुख मंत्री दा दफ्तर बनया होया, उत्थे जिहड़े ब्राउन कार्ड आ ਉਹ वाले जिहड़े जर्नलिस्ट आ ਉਹ बिना रोक टोक मुख मंत्री दफ्तर जा सकते आ। वैसे तो मुख मंत्री पिछले ਜਿਹੜੇ ਹੁੰਦੇ ਸੀਗੇ ਉਹ ਅਕਸਰ ਮਿਲ ਲੈਂਦੇ ਸੀ ਪੱਤਰਕਾਰਾਂ ਨੂੰ, ਪਰ ਜਿਹੜਾ ਉਹਨਾਂ ਦਾ ਆਲੇ ਦੁਆਲੇ ਦਾ ਕਿੰਨਾ ਹੀ ਸਾਰਾ ਸੈਂਕੜਾਂ ਸਟਾਫ ਆ, ਤੁਸੀਂ ਉਹਨਾਂ ਨਾਲ ਗੱਲ ਕਰਕੇ ਵੀ ਜਿਹੜੀ ਖਬਰਾਂ ਆ ਉਹ ਲੈ ਸਕਦੇ ਹੋ। ਇਹ ਵੀ ਦੱਸਦਾ ਕਿ ਜਿਹੜਾ ਮੁੱਖ ਮੰਤਰੀ ਦਫ਼ਤਰ ਆ ਉੱਥੇ ਪੱਤਰਕਾਰਾਂ ਲਈ ਸਪੈਸ਼ਲ ਪ੍ਰੈਸ ਰੂਮ ਬਣਿਆ ਹੋਇਆ, ਪਰ ਹੁਣ ਪਤਾ ਹੀ ਲੱਗਾ ਕਿ ਭਗਵੰਤ ਮਾਨ ਹੁਣੀ ਪੱਤਰਕਾਰਾਂ ਦੀ ਜਿਹੜੀ ਐਂਟਰੀ ਆ ਉਹ ਬੰਦ ਕਰਨ ਜਾ ਰਹੇ ਆ। ਇਹ ਖਬਰ ਬਿਲਕੁਲ ਸੂਤਰਾਂ ਦੀ ਆ और वो सूत्र मुख मंत्री दफ्तर नाल बहुत नेड़ों जुड़िया होया। इस तो भी अगली गल ये सूत्र भी कहते आ कि पंजाब सरकार उन्हां कई 100 पत्रकारां दा येलो कार्ड वापस लैण बारे विचार कर रही है। ये येलो कार्ड नाल पत्रकार 5 लाख तक जिहड़ा उन्हां दा इलाज आ, मैडिकल इलाज आ, वो मुफ्त करा सकते सीगे। सो ये जिहड़ा एक नवा फैसला आ ये लैण बारे भी सोचा जा रहा, भाव कि पत्रकारां दी जिहड़ी एंट्री आ मुख मंत्री दफ्तर वो तो बंद होई रही आ ते नाल जिहड़े होर कई तरह दी सहूलतां आ वो भी वापस लईआं जा रहीआं। एक होर गल पता लगी आ कि मुख मंत्री दफ्तर वालों ये हदायतां आ मंत्रियां नूं कि पत्रकारां नाल घट्टो घट्ट गल कीती जावे, जां एक ये सख्त हदायत भी आ कि चाहे पुछदे जो मर्जी रहण, ਤੁਸੀਂ ਜਵਾਬ ਜਿਹੜਾ ਆਪਣਾ ਉਹ 4-5 ਜਿਹੜੇ ਤੁਹਾਨੂੰ ਬਿੰਦੂ ਦੱਸੇ ਹੋਇਆ, ਪੁਆਇੰਟ ਦੱਸੇ ਹੋਇਆ, ਉਹਦੇ ਦੁਆਲੇ ਘੁੰਮਣਾ ਚਾਹੀਦਾ। ਵੈਸੇ ਪੱਤਰਕਾਰੀ ਅੱਜ ਕੱਲ੍ਹ ਮੰਨੀ ਤਾਂ ਜਾਂਦੀ ਆ ਜੇ ਤੁਸੀਂ ਖਬਰ ਬਣਨ ਤੋਂ ਪਹਿਲਾਂ ਕੋਈ ਸੂਚਨਾ ਕੱਢ ਕੇ ਲਿਆਵੋ।
ਪੱਤਰਕਾਰਾਂ ਦੀ ਪੈਂਠ ਉਦੋਂ ਬਣਦੀ ਆ ਜਦੋਂ ਕੋਈ ਉਹ ਸਰਕਾਰ ਦੇ ਅੰਦਰਲੀ ਖਬਰ ਲੈ ਕੇ ਆਉਂਦੇ ਆ। ਸੋ ਸਰਕਾਰ ਦੇ ਅੰਦਰਲੀ ਖਬਰ ਤਾਂ ਤਦ ਹੀ ਮਿਲਦੀ ਆ ਜੇ ਤੁਸੀਂ ਸੈਕਟਰ ਦੇ ਜਿਹੜੇ ਗਲਿਆਰੇ ਆ ਉਹਨਾਂ ਵਿੱਚ ਤੁਹਾਨੂੰ ਜਾਣ ਵੜਨ ਘੁੰਮਣ ਮਿਲਣ ਗਿਣਨ ਦੀ ਜਿਹੜੀ ਆ ਇਜਾਜ਼ਤ ਹੋਵੇ। ਤੇ ਇੱਕ ਗੱਲ ਹੋਰ ਜਿਹੜੀ ਬੜੀ ਇੰਪੋਰਟੈਂਟ ਆ ਉਹ ਇਹ ਪਤਾ ਲੱਗੀ ਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਕੋਈ 100 ਬੰਦਿਆਂ ਦਾ IT ਸਟਾਫ ਜਿਹੜਾ ਭਰਤੀ ਕੀਤਾ ਗਿਆ। ਔਰ ਸਭ ਤੋਂ ਵੱਡੀ ਗੱਲ ਇਸ ਸਟਾਫ ਵਿੱਚ ਪੰਜਾਬ ਨਾਲ ਜੁੜੇ ਮਸਾਂ 20 ਤੋਂ 25% ਲੋਕ ਆ, ਬਾਕੀ ਸਾਰੀ ਟੀਮ ਜਿਹੜੀ ਆ ਉਹ ਬਾਹਰਲੀ ਆ। ਔਰ ਸੂਤਰ ਇਹ ਵੀ ਕਹਿੰਦੇ ਆ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਹੋਏ ਖਾਸ ਸੂਤਰ ਕਿ ਜਿਹੜੇ ਪ੍ਰੈਸ ਨੋਟ ਪੰਜਾਬ ਸਰਕਾਰ ਦੇ ਲੋਕ ਸੰਪਰਕ ਵੱਲੋਂ ਬਣਾਏ ਜਾਂਦੇ ਆ ਉਹਨਾਂ ਤੇ ਕੈਂਚੀ ਫਿਰਦੀ ਆ ਉਸ ਆਈ ਟੀਮ ਵੱਲੋਂ। ਵੈਸੇ ਤਾਂ ਅਖਬਾਰਾਂ ਨੂੰ ਵੀ ਹੱਕ ਹੁੰਦਾ ਕਿ ਉਹ ਕੈਂਚੀ ਫੇਰ ਸਕਦੇ ਆ, ਖਬਰ ਐਡਿਟ ਕਰ ਸਕਦੇ ਆ, ਵਾਧੂ ਘੱਟੂ ਮਸਾਲਾ ਕੱਟ ਸਕਦੇ ਆ, ਕਿਉਂਕਿ ਸਰਕਾਰ ਦੀ ਆਮ ਕਰਕੇ ਮਨਸ਼ਾ ਹੁੰਦੀ ਆ ਕਿ ਵੱਧ ਤੋਂ ਵੱਧ ਜਿਹੜਾ ਆਪਣਾ ਹਾਂ ਪੱਖੀ ਪ੍ਰਚਾਰ ਕੀਤਾ ਜਾਵੇ। ਦੇਖੋ ਸਬ ਐਡੀਟਰ ਉਸ ਖਬਰ ਨੂੰ ਐਡਿਟ ਕਰ ਸਕਦਾ, ਕੈਂਚੀ ਫੇਰ ਸਕਦਾ, ਪਰ ਇੱਕ ਰਿਪੋਰਟਰ ਕੋਲੇ ਸਾਰਾ ਕੁਝ ਜਿਹੜਾ ਕੋਈ ਮਸਾਲਾ ਹੁੰਦਾ ਉਹ ਐਡ ਕਰ ਸਕਦਾ। ਸੋ ਦੋਨਾਂ ਵਿੱਚ ਫਰਕ ਇਹ ਹੋਇਆ। ਸੋ ਜਿਹੜਾ ਲੋਕ ਸੰਪਰਕ ਵਿਭਾਗ ਪ੍ਰੈਸ ਨੋਟ ਜਾਰੀ ਕਰਦਾ ਉਹ 'ਤੇ ਕੈਂਚੀ ਫਿਰਦੀ ਆ IT ਵਿੰਗ ਵਿੱਚੋਂ, ਮੁੱਖ ਮੰਤਰੀ ਅਗਵਾਨ 'ਚ ਕੋਠੀ ਨੰਬਰ 42 ਵਿੱਚ, ਅਤੇ ਉਦੋਂ ਬਾਅਦ ਪ੍ਰੈਸ ਨੋਟ ਮੁੜ ਆਉਂਦਾ ਲੋਕ ਸੰਪਰਕ ਵਿਭਾਗ ਕੋਲੇ ਅਤੇ ਲੋਕ ਸੰਪਰਕ ਵਿਭਾਗ ਕੈਂਚੀ ਚੱਲਿਆ ਸੋਧਿਆ ਹੋਇਆ ਆਪਣੀ ਮਰਜ਼ੀ ਦਾ ਵਿੱਚ ਮਸਾਲਾ ਐਡ ਕੀਤਾ ਹੋਇਆ ਪਾ ਕੇ ਫਿਰ ਦੁਬਾਰਾ ਪ੍ਰੈਸ ਨੂੰ ਭੇਜਦਾ। ਸੋ ਵੈਸੇ ਤਾਂ ਭਗਵੰਤ ਮਾਨ ਹੁਣੀ ਪਹਿਲੇ ਮੀਡੀਆ ਤੋਂ ਦੂਰ ਰਹਿੰਦੇ ਆ। ਉਹਨਾਂ ਨੇ ਨਰਿੰਦਰ ਮੋਦੀ ਤਰਜ਼ 'ਤੇ ਸ਼ੁਰੂ ਕੀਤਾ ਹੋਇਆ ਕਿ ਉਹ ਆਪਣੀ ਗੱਲ ਇੱਕ ਆਡੀਓ ਵੀਡੀਓ ਰਾਹੀਂ ਕਹਿ ਕੇ ਤੁਰਦੇ ਬਣਦੇ ਆ। ਸ਼ਾਇਦ ਇਹੋ ਵਜ੍ਹਾ ਆ ਕਿ ਸਰਕਾਰ ਕੋਲੇ ਫੀਡਬੈਕ ਦੀ ਘਾਟ ਆ, ਅਤੇ ਫੀਡਬੈਕ ਦੀ ਘਾਟ ਕਰਕੇ ਕਈ ਸਾਰੇ ਜਿਹੜੇ ਅਜਿਹੇ ਫੈਸਲੇ ਲਏ ਜਾਂਦੇ ਆ ਜਿਹੜੇ ਲੋਕਾਂ ਨੂੰ ਨਿਰਾਸ਼ ਕਰਦੇ ਆ, ਲੋਕਾਂ ਨੂੰ ਭਾਉਂਦੇ ਨਹੀਂ। ਪਰ ਇੱਕ ਪਤਾ ਹੋਰ ਵੀ ਲੱਗਾ, ਸੂਤਰ ਇਹ ਕਹਿੰਦੇ ਆ ਕਿ ਪਿਛਲੇ ਦਿਨੀਂ ਲੋਕ ਸੰਪਰਕ ਵਿਭਾਗ ਵਿੱਚ ਜਿਹੜੀਆਂ ਵੱਡੇ ਪੱਧਰ 'ਤੇ ਬਦਲੀਆਂ ਹੋਈਆਂ ਉਹ ਇਸ ਕਰਕੇ ਹੋਈਆਂ ਕਿ ਸਾਹਿਬ ਨੂੰ ਇਹ ਗਿਲਾ ਸੀ ਕਿ ਜਿਹੜੀਆਂ ਖਬਰਾਂ ਸ਼ੁਭਦੀਪ ਸਿੰਘ ਮੂਸੇਵਾਲਾ ਨੂੰ ਲੈ ਕੇ ਲੱਗੀਆਂ, ਜਿਨ੍ਹਾਂ ਨਾਲ ਸਰਕਾਰ ਦਾ ਅਕਸ ਜਿਹੜਾ ਉਹ ਹੇਠਾਂ ਆਇਆ, ਉਹ ਖਬਰਾਂ ਨਹੀਂ ਸੀ ਲੱਗਣੀ ਚਾਹੀਦੀਆਂ। ਸੋ ਸਰਕਾਰ ਜਿਹੜੀ ਆ ਉਹ ਇੱਕ ਦੂਰੀ ਬਣਾ ਕੇ ਰੱਖ ਰਹੀ ਆ, ਇੱਕ ਲਕੀਰ ਖਿੱਚਤੀ ਪੱਤਰਕਾਰਾਂ ਦੇ ਹੱਥਾਂ 'ਚੋਂ ਕਲਮ ਖੋਹੀ ਜਾ ਰਹੀ ਆ, ਜਾਂ ਜਿਹੜੇ ਆਪਣੇ ਮੰਤਰੀ ਆ ਉਹਨਾਂ ਦੀ ਅੱਖਾਂ 'ਤੇ ਪੱਟੀਆਂ ਬੰਨੀਆਂ ਜਾ ਰਹੀਆਂ, ਮੂੰਹ 'ਤੇ ਟੇਪ ਲਾਈ ਜਾ ਰਹੀ ਆ। ਸੋ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਕਨਸੋਆਂ ਆ, ਜਿਹੜੀਆਂ ਕੁਝ ਖਬਰਾਂ ਬਣਨ ਵਾਲੀਆਂ ਆ, ਉਹ ਕਿਉਂਕਿ ਸਾਨੂੰ ਸੂਤਰਾਂ ਨੇ ਦੱਸੀਆਂ। ਮੈਂ ਫਿਰ ਕਹਿਦਾ ਕਿ ਇਹਨਾਂ ਖਬਰਾਂ ਦੇ ਕੋਈ ਸਬੂਤ ਨਹੀਂ, ਪਰ ਸਰਕਾਰ ਅੰਦਰ ਜੋ ਚੱਲ ਰਿਹਾ ਉਹ ਸਾਨੂੰ ਬਹੁਤ ਹੀ ਭਰੋਸੇਯੋਗ ਪਤਾ ਲੱਗਾ ਅਤੇ ਅਸੀਂ ਉਹ ਤੁਹਾਡੇ ਨਾਲ ਸਾਂਝੀ ਜਿਹੜੀ ਆ ਉਹ ਕਰ ਰਹੇ ਹਾਂ। ਹੁਣ ਗੱਲ ਕਰਨੀ ਬਣਦੀ ਆ ਭਾਰਤੀ ਜਨਤਾ ਪਾਰਟੀ ਦੀ। ਭਾਰਤੀ ਜਨਤਾ ਪਾਰਟੀ ਜਿਵੇਂ ਦਰਵਾਜ਼ੇ ਖੋਲ੍ਹੇ ਹੋਏ ਆ ਉਹ ਬੜਾ ਚਰਚਾ ਵਿੱਚ ਆ, ਜਾਂ ਫਿਰ ਸੰਗਰੂਰ ਦੀ ਇਲੈਕਸ਼ਨ ਆ ਉਹ ਵੀ ਕਾਫੀ ਚਰਚਾ ਵਿੱਚ ਆ। ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਦਿਨੀਂ ਅੱਧੀ ਦਰਜਨ ਕਾਂਗਰਸ ਦੇ ਲੀਡਰ ਜਿਹਨੇ ਸਾਬਕਾ ਮੰਤਰੀ ਵੀ ਸੀਗੇ ਉਹ ਸ਼ਾਮਲ ਕਰ ਲਏ ਗਏ। ਪਰ ਸਾਡੀਆਂ ਜਾਣਕਾਰੀ ਇਹ ਕਹਿੰਦੀ ਆ, ਕਨਸੋਆਂ ਇਹ ਨੇ ਕਿ ਅਗਲੇ ਦਿਨੀ ਕਾਂਗਰਸ ਦੇ 3 ਹੋਰ MP 4 ਵੀ ਹੋ ਸਕਦੇ ਆ, ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣਗੇ। ਕਈ ਸਾਰੇ MLA ਅਤੇ ਸਾਬਕਾ MLA ਜਿਹੜੇ ਆ ਉਹ ਵੀ ਬੇੜੇ 'ਚ ਸਵਾਰ ਹੋਣ ਲਈ ਕਾਹਲੇ ਆ। ਇੱਕ ਸ਼ਬਦ ਇਹ ਵਰਤਿਆ ਕਿ ਜਾ ਰਹੇ ਆ ਇੱਕ ਕਾਹਲੇ। ਸੋ ਕਾਹਲੇ ਪਏ ਹੋਏ ਆ। ਆਮ ਕਰਕੇ ਤਾਂ ਇਹ ਹੁੰਦਾ ਕਿ ਜਿਸ ਪਾਰਟੀ ਵਿੱਚ ਸ਼ਾਮਲ ਕਰਾਉਣੇ ਆ ਉਹਨਾਂ ਨੂੰ ਕਾਹਲ ਹੁੰਦੀ ਆ, ਪਰ ਇੱਥੇ ਹਾਲਾਤ ਉਲਟ ਆ ਕਿ ਉਹ ਲੋਕ ਜਿਹੜੇ ਛਾਲ ਮਾਰ ਕੇ ਜਾਣਾ ਚਾਹੁੰਦੇ ਆ ਉਹ ਕਾਹਲੇ ਆ। ਪਤਾ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਸਟ੍ਰੈਟਜੀ ਬਣਾਈ ਆ ਕਿ ਲਗਾਤਾਰ ਜੁਆਇਨਿੰਗ ਕਰਾਈ ਜਾਣੀ ਆ। ਇਹ ਨਹੀਂ ਕਿ ਉੱਚੇ ਲੈਵਲ 'ਤੇ ਚੰਡੀਗੜ੍ਹ ਬੈਠ ਕੇ ਜਿਹੜੇ ਵੱਡੇ ਲੀਡਰ ਆ ਉਹ ਜੁਆਇਨ ਕਰਾ ਲਏ। ਹੁਣ ਜਿਹੜੀ ਮੁਹਿੰਮ ਸ਼ੁਰੂ ਹੋ ਰਹੀ ਆ ਉਹ ਹੋ ਰਹੀ ਆ ਕਿ ਜ਼ਿਲ੍ਹਾ ਲੈਵਲ 'ਤੇ, ਬਲਾਕ ਲੈਵਲ 'ਤੇ, ਪਿੰਡ ਲੈਵਲ 'ਤੇ ਜਿਹੜੇ ਲੋਕ ਆ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਾਏ ਜਾਣ ਅਤੇ ਲਗਾਤਾਰ ਲੜੀ ਜਿਹੜੀ ਟੁੱਟਣ ਨਾ ਦਿੱਤੀ ਜਾਵੇ, ਅਤੇ ਇਹ ਪ੍ਰਭਾਵ ਪਾਇਆ ਜਾਵੇ ਕਿ ਲੋਕ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਚਾਹੁੰਦੇ ਆ। ਵੈਸੇ ਇੱਕ ਜਿਹੜੀ ਸਟ੍ਰੈਟਜੀ ਹੋਰ ਵੀ ਬਣਾਈ ਗਈ ਆ ਉਹ ਇਹ ਕਿ ਵਿਸ਼ੇਸ਼ ਤੌਰ 'ਤੇ ਜਿਹੜੇ ਨਵੇਂ ਆਉਣ ਵਾਲੇ ਲੀਡਰ ਆ, ਜਾਂ ਆਪਾਂ ਜਿਹੜੇ ਪੁਰਾਣੇ ਭਾਜਪਾ ਲੀਡਰਾਂ ਨੂੰ ਕਿਹਾ ਗਿਆ ਕਿ ਕਿਸਾਨ ਜਿਹੜੇ ਹਾਲੇ ਤੱਕ ਨਹੀਂ ਭਿੱਜਦੇ ਭਾਰਤੀ ਜਨਤਾ ਪਾਰਟੀ ਨਾਲ, ਉਹਨਾਂ ਨਾਲ ਨੇੜੇ ਦਾ ਨਾਤਾ ਸੰਪਰਕ ਬਣਾਇਆ ਜਾਵੇ ਤਾਂ ਕਿ ਉਹ
ਭਾਰਤੀ ਜਨਤਾ ਪਾਰਟੀ ਦੇ ਨੇੜੇ ਆਉਣ ਲੱਗਣ। ਅਸਲ 'ਚ ਇੱਕ ਇਹ ਵੀ ਹੋਇਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ 3 ਕੇਂਦਰੀ ਮੰਤਰੀਆਂ ਦੀ ਡਿਊਟੀ ਲਾਈ ਗਈ ਆ, ਜਿਨ੍ਹਾਂ ਨੂੰ 9 ਲੋਕ ਸਭਾ ਹਲਕੇ ਸੌਂਪੇ ਗਏ ਆ ਕਿ ਉਹ ਇਹਨਾਂ ਹਲਕਿਆਂ ਵਿੱਚ ਆਪਣਾ ਜਿਹੜਾ ਦਬਾਅ ਆ ਉਹ ਬਣਾਉਣਗੇ, ਲੋਕਾਂ ਨਾਲ ਸੰਪਰਕ ਰੱਖਣਗੇ। ਤੇ ਇਹ ਵੀ ਕਿਹਾ ਗਿਆ ਕਿ ਇਹਨਾਂ ਮੰਤਰੀਆਂ ਨੂੰ ਹਰ ਮਹੀਨੇ 2-2 ਜਿਹੜੀ ਰਾਤਾਂ ਆ ਆਪੋ ਆਪਣੇ ਹਲਕਿਆਂ ਵਿੱਚ ਕੱਟਣੀਆਂ ਪੈਣਗੀਆਂ। ਸੋ 3 ਕੇਂਦਰੀ ਮੰਤਰੀ ਕੋਲੇ 3-3 ਜਿਹੜੇ ਲੋਕ ਸਭਾ ਹਲਕੇ ਉਹ ਪੈਂਦੇ ਆ। ਵੱਡੀ ਗੱਲ ਇਹ ਕਿ ਸਮਝ ਨਹੀਂ ਲੱਗਦੀ ਹੈਗੀ ਕਿ ਕੀ ਭਾਰਤੀ ਜਨਤਾ ਪਾਰਟੀ ਇਹ ਸੋਚਦੀ ਆ ਕਿ ਬਾਕੀ ਪਾਰਟੀਆਂ ਛੱਡ ਕੇ ਜੇ ਲੋਕ ਇੰਨੀ ਛੇਤੀ ਆ ਜਾਂਦੇ ਆ ਤਾਂ ਇਹਦੇ ਨਾਲ ਕੱਦ ਜਿਹੜਾ ਆ ਕੀ ਉਹ ਉੱਚਾ ਹੋ ਜਾਊਗਾ, ਜਾਂ ਆਪਾਂ ਮੈਨੂੰ ਕਦੇ ਬਹੁਤੇ ਸਵਾਲ ਲੱਗਦਾ ਹੁੰਦਾ ਕਿ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਆ ਕੀ ਉਹ ਹੁਣ ਕਾਂਗਰਸ ਦੀ ਆਈਡੀਓਲੋਜੀ ਨਾਲੋਂ ਟੁੱਟ ਗਏ, ਜਾਂ ਕੀ ਉਹ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਨਾਲ ਜੁੜ ਗਏ, ਜਾਂ ਆਪਾਂ ਇਹ ਕਹਿ ਲਈਏ ਕਿ ਹੁਣ ਜਿਹੜੀਆਂ ਨੀਤੀਆਂ ਦੀ ਆਲੋਚਨਾ ਕਰਦੇ ਰਹੇ ਆ ਕੀ ਹੁਣ ਉਹ ਨੀਤੀਆਂ ਉਹਨਾਂ ਨੂੰ ਪਸੰਦ ਆ ਗਈਆਂ। ਪਰ ਇੱਥੇ ਇੱਕ ਗੱਲ ਹੋਰ ਜਿਹੜੀ ਕਹਿਣ ਨੂੰ ਮੇਰਾ ਦਿਲ ਕਰਦਾ ਇਹ ਕਿ ਕੀ ਭਾਰਤੀ ਚੋਣ ਕਮਿਸ਼ਨ ਜਿਹੜਾ ਆ ਉਹ ਇਸ ਵਰਤਾਰੇ ਨੂੰ ਠੱਲ ਨਹੀਂ ਪਾ ਸਕਦਾ। ਭਾਰਤੀ ਚੋਣ ਕਮਿਸ਼ਨ ਜਿਹੜਾ ਆ ਉਹਦੇ ਕੋਲ ਅਧਿਕਾਰ ਆ ਕਿ ਉਹ ਅਜਿਹੀ ਬੰਦਸ਼ ਲਾ ਜਾਏ ਕਿ ਜੇ ਕੋਈ MLA ਚੁਣੇ ਜਾਣ ਤੋਂ ਬਾਅਦ ਪਾਰਟੀ ਛੱਡ ਕੇ ਦੂਜੀ ਪਾਰਟੀ ਛਾਲ ਮਾਰਦਾ, ਜਾਂ ਕੋਈ ਲੀਡਰ ਜਿਹੜਾ ਆ ਉਹ ਪਾਰਟੀ ਅਦਲਾ ਬਦਲੀ ਕਰਦਾ, ਤਾਂ ਉੱਤੇ 5 ਸਾਲ ਲਈ ਜਿਹੜੀ ਇਲੈਕਸ਼ਨ ਲੜਨ ਤੇ ਚੋਣ ਲਈ ਜਾਵੇ। ਭਾਰਤੀ ਚੋਣ ਕਮਿਸ਼ਨ ਕੋਈ ਨਾ ਕੋਈ ਜਿਹੜਾ ਆ ਅਜਿਹਾ ਡੰਡਾ ਹੋਣਾ ਚਾਹੀਦਾ ਜਾਂ ਤਿਆਰ ਕਰਨਾ ਚਾਹੀਦਾ ਕਿ ਜਿਹੜਾ ਇੱਕ ਇਹ ਹੈ ਕਿ ਸੱਤਾ ਦੇਖ ਕੇ ਛਾਲ ਮਾਰ ਲਓ। ਵੈਸੇ ਇੱਥੇ ਗੱਲ ਇਹ ਵੀ ਗੱਲ ਕਰਨ ਨੂੰ ਕਰਦਾ ਕਿ ਪੰਜਾਬ ਵਿੱਚ ਤਾਂ ਹੁਣ ਕਾਂਗਰਸ ਦੇ ਪੱਲੇ ਰਿਹਾ ਹੀ ਕੁਛ ਨਹੀਂ। ਹਾਲਾਂਕਿ ਰਾਜਾ ਵੜਿੰਗੁਣੀ ਇਹ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਪਾਰਟੀ ਉਹ 'ਚ ਚੰਗਾ ਹੋਇਆ, ਪੁਰਾਣੇ ਛੱਡ ਗਏ, ਨਵਿਆਂ ਨੂੰ ਥਾਂ ਮਿਲ ਗਈ। ਪਰ ਜਿਵੇਂ ਦੇ ਹਾਲਾਤ ਆ ਉਹ ਪਿਕਚਰ ਜਿਹੜੀ ਆ ਇਹਦੇ ਕੁਝ ਉਲਟ ਬਿਆਨ ਕਰਦੇ ਆ। ਇੱਕ ਗੱਲ ਜਿਹੜੀ ਇਹਦੇ ਨਾਲ ਜੁੜੀ ਹੋਈ ਆ ਸੰਗਰੂਰ ਇਲੈਕਸ਼ਨ ਨੂੰ ਲੈ ਕੇ, ਕੱਲ੍ਹ ਭਾਰਤੀ ਜਨਤਾ ਪਾਰਟੀ ਵੱਲੋਂ ਕੇਵਲ ਸਿੰਘ ਢਿੱਲੋਂ ਜਿਹੜੇ ਕਾਂਗਰਸ ਦੇ ਨੇਤਾ ਰਹੇ ਆ, ਜਿਨ੍ਹਾਂ ਨੇ ਇੱਕ ਵਾਰੀ ਸੰਗਰੂਰ ਦੀ ਇਲੈਕਸ਼ਨ ਪਹਿਲਾਂ ਲੜੀ ਵੀ ਸੀਗੀ, ਉਹਨਾਂ ਨੂੰ ਮੈਦਾਨ 'ਚ ਉਤਾਰਤਾ ਗਿਆ। ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੇਵਲ ਸਿੰਘ ਢਿੱਲੋਂ ਨੂੰ ਕੱਢਤਾ ਗਿਆ ਸੀ ਪਾਰਟੀ 'ਚੋਂ। ਹੁਣ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਤੇ ਦੂਜੇ ਦਿਨ ਜਿਹੜੀ ਟਿਕਟ ਹੈ ਉਹ ਅਨਾਊਂਸ ਹੋ ਗਈ। ਵੈਸੇ ਇਸ ਤੋਂ ਪਹਿਲਾਂ ਚਰਚਾ ਇਹ ਸੀ ਕਿ ਅਰਵਿੰਦ ਖੰਨਾ ਨੂੰ ਟਿਕਟ ਮਿਲ ਸਕਦੀ ਆ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਅਰਵਿੰਦ ਖੰਨਾ ਸ਼ਾਇਦ ਕੇਵਲ ਸਿੰਘ ਢਿੱਲੋਂ ਨਾਲੋਂ ਬਿਹਤਰ ਉਮੀਦਵਾਰ ਹੋ ਸਕਦੇ ਸੀਗੇ। ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਮੈਦਾਨ 'ਚ ਉਤਾਰੇ ਗਏ ਆ। ਦਲਵੀਰ ਸਿੰਘ ਗੋਲਡੀ ਉਹ ਸ਼ਖਸ ਨੇ ਜਿਨ੍ਹਾਂ ਨੇ ਧੂਰੀ 'ਚ ਭਗਵੰਤ ਸਿੰਘ ਮਾਨ ਦੇ ਮੁਕਾਬਲੇ ਇਲੈਕਸ਼ਨ ਲੜੀ ਸੀ, ਚਾਹੇ ਉਹ ਹਾਰ ਗਏ, ਪਰ ਉਸ ਤੋਂ ਪਹਿਲਾਂ ਉਹ ਉੱਥੇ ਜਿਹੜਾ ਆ MLA ਰਹੇ ਆ। ਵੈਸੇ ਦਲਵੀਰ ਸਿੰਘ ਗੋਲਡੀ ਬੜਾ ਮਿਹਨਤੀ ਨੌਜਵਾਨ ਆ। ਉਂਝ ਦਲਵੀਰ ਸਿੰਘ ਗੋਲਡੀ ਦੀ ਇੱਛਾ ਹੋਵੇ ਚਾਹੇ ਨਾ, ਉਹਦਾ ਕੱਦ ਜਿਹੜਾ ਹਲੇ ਇੰਨਾ ਉੱਚਾ ਹੋਵੇ ਚਾਹੇ ਨਾ, ਪਰ ਅਸਲੀਅਤ ਇਹ ਕਿ ਕਾਂਗਰਸ ਕੋਲੇ ਕੋਈ ਬੰਦਾ ਵੀ ਨਹੀਂ ਸੀ ਮਿਲ ਰਿਹਾ ਜਿਹੜਾ ਇਲੈਕਸ਼ਨ ਲੜ ਲੈਂਦਾ। ਹੁਣ ਇੱਕ ਵੱਡਾ ਇੱਥੇ ਸਵਾਲ ਖੜਾ ਹੁੰਦਾ ਕਿ ਦਲਵੀਰ ਸਿੰਘ ਗੋਲਡੀ ਕਾਂਗਰਸ ਵਿੱਚ ਆ, ਕੇਵਲ ਸਿੰਘ ਢਿੱਲੋਂ ਕਾਂਗਰਸ 'ਚੋਂ ਗਏ ਆ, ਕੀ ਕੇਵਲ ਸਿੰਘ ਢਿੱਲੋਂ ਤੇ ਗੋਲਡੀ ਇੱਕ ਦੂਜੇ ਦੀ ਵੋਟ ਨਹੀਂ ਕੱਟਣਗੇ? ਇੱਕ ਹੋਰ ਇਹ ਤੋਂ ਅਗਲੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਕਮਲਦੀਪ ਕੌਰ ਨੂੰ ਮੈਦਾਨ 'ਚ ਉਤਾਰ ਗਿਆ। ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਪਹਿਲੇ ਇਲੈਕਸ਼ਨ 'ਚ ਡਟੇ ਹੋਏ ਆ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ 'ਚ ਫੈਸਲਾ ਲਿਆ ਗਿਆ ਸੀਗਾ ਕਿ ਕਿਸੇ ਬੰਦੀ ਸਿੰਘਾਂ ਦੇ ਪਰਿਵਾਰ ਨੂੰ ਟਿਕਟ ਦਿੱਤੀ ਜਾਵੇ। ਉਹ ਸਿਮਰਜੀਤ ਸਿੰਘ ਮਾਨ ਦੇ ਘਰ ਵੀ ਪਹੁੰਚੇ। ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰ 'ਚ ਕਿਸੇ ਨੂੰ ਟਿਕਟ ਦਿੱਤੀ ਜਾਵੇ, ਪਰ ਫਿਰ ਜਦੋਂ ਉਹਨਾਂ ਨੇ ਹੰਗਾਰਾ ਨਹੀਂ ਪੂਰੀ ਤਰ੍ਹਾਂ ਭਰਿਆ, ਜਾਂ ਇਹ ਕਹਿ ਲਈਏ ਕਿ ਉਹਨਾਂ ਨੇ ਕਿਹਾ ਸੀ ਕਿ ਸੋਚ ਕੇ ਦੱਸਦਾ, ਤਦ ਅਕਾਲੀ ਦਲ ਨੇ ਪਹੁੰਚ ਸ਼ੁਰੂ ਕਰਤੀ ਜਿਹੜੀ ਹੈਗੀ ਆ ਕਮਲਦੀਪ ਕੌਰ ਭੈਣ ਭਾਈ ਬਲਵੰਤ ਸਿੰਘ ਰਾਜੋਵਾਲਾ ਦੀ ਉਹਨਾਂ ਤੱਕ। ਫਿਰ ਹੁਣ ਜਦੋਂ ਦੋਨੇ ਹੀ ਬੰਦੀ ਸਿੰਘਾਂ ਨਾਲ ਜੁੜੇ ਹੋਏ ਪਰਿਵਾਰ ਆ, ਦੋਨੇ ਹੀ ਇੱਕੋ ਸੋਚ ਦੇ ਧਾਰਨੀ ਆ, ਤਾਂ ਉਹ ਕਿਹਦੀ ਵੋਟ ਕੱਟਣਗੇ? ਇੱਕ ਹੋਰ ਗੱਲ ਵੱਡਾ ਸਵਾਲ ਖੜਾ ਹੁੰਦਾ ਕਿ ਕੀ ਸੁਖਬੀਰ ਸਿੰਘ ਬਾਦਲ ਜਿਹੜੇ 11 ਮੈਂਬਰੀ ਕਮੇਟੀ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕਰ ਰਹੇ ਸੀ ਉਪਰਾਲਾ, ਕੀ ਉਹਨੂੰ ਸੱਟ ਨਹੀਂ ਵੱਜੂਗੀ? ਕੀ 11 ਮੈਂਬਰੀ ਕਮੇਟੀ ਵਿੱਚ ਜਿਹੜੇ ਹੱਥ ਜੋੜ ਕੇ ਚੱਲਦੇ ਸੀ ਸਿਮਰਜੀਤ ਸਿੰਘ ਮਾਨ ਨਾਲ, ਹੁਣ ਸਿਮਰਜੀਤ ਸਿੰਘ ਮਾਨ ਨੂੰ ਸਟੇਜਾਂ 'ਤੇ ਭੰਡਣਗੇ? ਸੋ ਇੱਥੇ ਵੀ ਇਹ ਜਿਹੜੀ ਗੱਲ ਅੱਗੇ ਢੁੱਕਦੀ ਆ ਕਿ ਸਿਮਰਜੀਤ ਸਿੰਘ ਮਾਨ ਜਿਹੜੀ ਆ ਉਹਨਾਂ ਦੀ ਹਾਲਤ ਚਾਹੇ ਵਧੀਆ ਕਹੀ ਜਾ ਸਕਦੀ ਆ, ਪਰ ਕਿਉਂਕਿ ਪੇਚਾ ਪੈ ਗਿਆ ਇੱਕੋ ਸੋਚ ਵਾਲਿਆਂ ਦਾ, ਇੱਕੋ ਟਾਰਗੇਟ ਵਾਲਿਆਂ ਦਾ, ਇਸ ਕਰਕੇ ਵੋਟ ਜਿਹੜੀ ਆ ਇੱਥੇ ਵੀ ਜਿਹੜੀ ਆ ਉਹ ਵੰਡੀ ਜਾਣੀ ਆ। ਤੇ ਜਿਹੜੀ ਹੈਗੀ ਆ BSP ਉਹ ਮਦਦ ਕਰ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ। ਪਰ ਇੱਕ ਗੱਲ ਜਿਹੜੀ ਆਪਾਂ ਇਹ ਕਰ ਲਈਏ ਕਿ ਆਮ ਆਦਮੀ ਪਾਰਟੀ ਨੂੰ ਇਹ ਟੋਟਲ ਵਰਤਾਰੇ ਵਿੱਚੋਂ ਫਾਇਦਾ ਹੋ ਰਿਹਾ, ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਘਰਾਂਚੋ
कैंडीडेट आ वो बड़ा डाउन टू दी अर्थ व्यक्ति आ, वो काफ़ी पढ़िया लिखिया बंदा MSc आ MBA आ, पर वो अपनी जी धरती नाल जुड़ के चलदा, धरती ते पैर रख के चलदा। दूजी गल यह कि हुण मैनूं लगदा कि जिमें दा पेचा पै गया भारतीय जनता पार्टी ते आम आदमी पार्टी की लड़ाई जिहड़ी आ वो हो सकती आ, क्योंकि कांग्रेस के 2 कैंडीडेट एक दूजे की वोट वंडणगे, अकाली सिमरन सिंह मान दोने भिड़नगे। इहदा मतलब ये होया कि तिन्नां पार्टियां विच भाजपा कांग्रेस अकाली इन्हां विच जिहड़ी टक्कर आ वो दूजे दर्जे लई आ। इस वेले हाल की घड़ी पहले नंबर ते मैनूं लगदा कि आम आदमी पार्टी का कैंडीडेट है। सो दूजे नंबर की लड़ाई जे भारतीय जनता पार्टी दूजे नंबर आ जाती है तो भारतीय जनता पार्टी लिए काफ़ी वड्डी गल कहण नूं हो जूगी कि वो जिहड़े आ अगे नालों वध लोकां दे नेड़े हो गए, जां जिहड़े उन्हां दे जो यतन करने शुरू होए आ उहनूं बूर पैण लगा। वैसे जिहड़ा मिशन अमित शाह पंजाब नूं सर करन दा वो लगातार जारी रहा, वो चल रहा। एक खबर जिहड़ी होर बहुत जरूर करन वाली आ होए कि एक RTI राहीं जानकारी लई गई आ, तुसीं हैरान होवोगे क्योंकि खबर तुहाडे नाल जुड़ी हुई आ कि इमीग्रेशन ऑफिसर्स ਜਾਂ कह लीए ट्रैवल एजेंट ਜਿਹੜੇ ਕੰਮ कर रहे आ चंडीगढ़ पंचकूला मोहाली ਜਾਂ पंजाब ਵਿੱਚ ਉਹਨਾਂ ਵਿੱਚੋਂ 90% ਕੋਲੇ ਲਾਇਸੈਂਸ ਨਹੀਂ। ਸੋ ਇਹ RTI ਦੀ ਕਹਿੰਦੀ ਆ, ਇੱਕ ਸੂਚਨਾ ਦੇ ਅਧਿਕਾਰ ਤਹਿਤ ਲਈ ਜਾਣਕਾਰੀ ਇਹ ਕਹਿ ਰਹੀ ਆ ਕਿ ਉਹਨਾਂ ਕੋਲੇ ਲਾਇਸੈਂਸ ਨਹੀਂ। ਹਾਲਾਂਕਿ 2017 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਆਰਡਰ ਕਰਤੇ ਸੀਗੇ ਕਿ ਜਿਹੜੇ ਦਫ਼ਤਰ ਕੰਮ ਕਰਦੇ ਆ ਉਹਨਾਂ ਨੂੰ ਹਰ ਮਹੀਨੇ ਆਪਣੀ ਰਿਪੋਰਟ ਜਿਹੜੀ ਆ ਪੁਲਿਸ ਨੂੰ ਦੇਣੀ ਪਿਆ ਕਰੇਗੀ ਕਿ ਉਹਨਾਂ ਦੀ ਕਾਰਗੁਜ਼ਾਰੀ ਕੀ ਆ, ਪਰ ਬਾਵਜੂਦ ਇਹਦੇ ਕੁਛ ਅਜਿਹਾ ਨਹੀਂ ਹੋ ਰਿਹਾ ਤੇ ਸੈਂਕੜੇ ਲੋਕਾਂ ਦੇ ਲੱਖਾਂ ਰੁਪਏ ਫਸੇ ਹੋਏ ਆ। ਤੇ RTI ਇਹ ਵੀ ਕਹਿੰਦੀ ਆ ਕਿ ਪਿਛਲੇ 5 ਮਹੀਨਿਆਂ ਵਿੱਚ 20 ਠੱਗ ਏਜੰਟਾਂ ਦੇ ਖਿਲਾਫ ਜਿਹੜੇ ਪਰਚੇ ਆ ਉਹ ਦਰਜ ਕੀਤੇ ਗਏ ਆ। ਜਿਹੜੇ ਅੰਕੜੇ ਆ ਉਹ ਇਹ ਦੱਸਦੇ ਆ ਕਿ ਭਾਰਤ ਦੇ ਕੋਈ इस वेले 13,24,000 बच्चे जिहड़े आ वो विदेशों में पढ़न लई गए हुए आ। सब तो वध 4,65,000 बच्चे साडे अमेरिका पढ़ते आ, 1,83,000 बच्चे कनेडा में पढ़ते आ, UAE 1,09,000 बच्चे पढ़ते आ, इंग्लैंड में इस तो थोड़ा जिहा अंकड़ा उपर आ ते होर देशों में 1,33,000 बच्चे पढ़ते आ। सो जदों ਇਹ ਇੱਕ RTI ਸਾਹਮਣੇ ਆ ਗਈ ਕਿ 5 ਜਿਹੜੇ ਮਹੀਨਿਆਂ 'ਚ 20 ਕੇਸ ਦਰਜ ਕੀਤੇ ਗਏ ਆ, ਜਾਂ ਜਿਹੜੇ ਇਮੀਗ੍ਰੇਸ਼ਨ ਦਫ਼ਤਰ ਆ ਉਹ ਹਾਈ ਕੋਰਟ ਦੀਆਂ ਹਦਾਇਤਾਂ ਵੀ ਨਹੀਂ ਮੰਨਦੇ, ਸਰਕਾਰ ਵੀ ਇਹਨਾਂ ਨੂੰ ਪਾਲਣ ਲਈ ਜ਼ੋਰ ਨਹੀਂ ਲਾ ਰਹੀ। ਤਦ ਇਸ ਹਾਲਤ ਵਿੱਚ ਘੱਟੋ ਘੱਟ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਆ ਕਿ ਤੁਸੀਂ ਅਜਿਹੇ ਏਜੰਟ ਕੋਲੋਂ ਜਾਵੇ, ਚਾਹੇ ਅਜਿਹੇ ਇਮੀਗ੍ਰੇਸ਼ਨ ਅਫਸਰ ਕੋਲ ਜਾਵੋ ਕਿ ਤੁਹਾਡਾ ਜਿਹੜਾ ਕੰਮ ਆ ਉਹ ਗਲਤ ਨਾ ਹੋਵੇ, ਤੁਹਾਡੇ ਪੈਸੇ ਜਿਹੜੇ ਫਸ ਨਾ ਜਾਣ, ਲੁੱਟੇ ਨਾ ਜਾਣ। ਇਹਦੇ ਲਈ ਕਈ ਜਿਹੜੀਆਂ ਹਦਾਇਤਾਂ ਆ ਉਹ ਜਾਰੀ ਕੀਤੀਆਂ ਗਈਆਂ। ਇੱਕ ਤਾਂ ਇਹ ਕਿਹਾ ਗਿਆ ਕਿ ਤੁਸੀਂ ਜਦੋਂ ਕਿਸੇ ਬਾਹਰਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਤਾਂ ਤੁਸੀਂ ਉਸ ਯੂਨੀਵਰਸਿਟੀ ਨਾਲ ਆਪ ਈਮੇਲ ਜਾਂ ਫੋਨ ਰਾਹੀਂ ਸੰਪਰਕ ਕਰੋ ਕਿ ਬਾਕੀ ਯੂਨੀਵਰਸਿਟੀ ਜਿਹੜੀ ਆ ਐਗਜ਼ਿਸਟ ਕਰਦੀ ਆ, ਇਹ ਯੂਨੀਵਰਸਿਟੀ ਸੱਚੀ ਸੁੱਚੀ ਹੈ। ਇੱਕ ਤਾਂ ਇਹ। ਦੂਜਾ ਇਹ ਕਿ ਜਦੋਂ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਏਜੰਟ ਕੋਲ ਜਾਂਦੇ ਹੋ, ਕੰਪਨੀ ਕੋਲ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਉਹਦੀ ID ਲਓ ਕਿ ਉਹਦੀ ID ਹੈ। ਦੂਜਾ ਉਹਦਾ ਤੁਸੀਂ ਲਾਇਸੈਂਸ ਦੇਖੋ। ਤੀਜਾ ਨੂੰ ਪੁੱਛੋ ਕਿ ਕੀ ਤੁਸੀਂ ਜਿਹੜੀ ਆਪਣੀ ਗਤੀਵਿਧੀਆਂ ਆ ਉਹ ਸੰਬੰਧਿਤ ਥਾਣੇ ਨੂੰ ਦਿੰਦੇ ਹੋ। ਸੋ ਅਸੀਂ ਅੱਗੇ ਤਾਂ ਜਿਹੜੀਆਂ ਖਬਰਾਂ ਕਰਦੇ ਹਾਂ ਉਹ 'ਚ ਹਮੇਸ਼ਾ ਇਹ ਕਹਿੰਦੇ ਹਾਂ ਕਿ ਇੰਨੇ ਲੱਖ ਲੋਕ ਜਿਹੜੇ ਆ, ਇੰਨੇ ਹਜ਼ਾਰ ਲੋਕ ਜਿਹੜੇ ਆ ਉਹ ਸਾਲ ਦੇ ਜਾਂ ਦਿਨ ਦੇ ਬਾਹਰ ਨੂੰ ਉਡਾਨ ਭਰ ਰਹੇ ਆ। ਪਰ ਅੱਜ ਸਾਡੇ ਕੋਲ ਉਹ ਅੰਕੜੇ ਆਏ ਆ ਕਿ ਜਿਹੜਾ ਅੰਕੜੇ ਤੋਂ ਇਹ ਪਤਾ ਲੱਗਾ ਕਿ ਕਿੰਨੇ ਲੋਕ ਸਾਡੇ ਜਿਹੜੇ ਆ ट्रैवल एजेंटा ਜਾਂ ਕੰਪਨੀਆਂ ਰਾਹੀਂ ਲੁੱਟੇ ਜਾ ਰਹੇ ਆ। ਸੋ ਇਹ ਮਸਲਾ ਤੁਹਾਡੇ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ। ਸਾਰੇ ਜਿਹੜੇ ਇਸ ਵੇਲੇ ਹੈਗੇ ਆ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਸ ਵੇਲੇ ਵਿਦੇਸ਼ ਨੂੰ ਉਡਾਣਾ ਇਸ ਕਰਕੇ ਨਹੀਂ ਭਰੀਆਂ ਜਾ ਰਹੀਆਂ ਇਕੱਲੀਆਂ ਕਿ ਰੁਜ਼ਗਾਰ ਹੈ ਨਹੀਂ, ਇਸ ਕਰਕੇ ਵੀ ਉਡਾਣਾ ਭਰੀਆਂ ਜਾ ਰਹੀਆਂ ਕਿ ਇੱਥੇ ਰਹਿਣ ਦਾ ਮਾਹੌਲ ਹੈ ਨਹੀਂ। ਜਿਵੇਂ ਸਾਰਾ ਕੁਝ ਵਾਪਰ ਰਿਹਾ, ਜਿਵੇਂ ਦਿਨ ਦਿਹਾੜੇ ਕਤਲ, ਲੁੱਟਾਂ ਖੋਹਾਂ, ਵਾਰਦਾਤਾਂ, ਗੈਂਗਸਟਰ, ਇਹ ਸਾਰਾ ਕੁਝ ਵਾਪਰ ਰਿਹਾ, ਉਹਨੂੰ ਦੇਖ ਕੇ ਹਰ ਬੰਦਾ ਕਹਿੰਦਾ ਕਿ ਮੈਂ ਉਸ ਥਾਂ ਜਾ ਕੇ ਬੈਠ ਜਾ ਜਿਹੜਾ ਸੇਫ ਆ, ਜਿੱਥੇ ਸੁਰੱਖਿਅਤ ਆ, ਜਿੱਥੇ ਤੁਹਾਡੀ ਸੋਸ਼ਲ ਸਿਕਿਉਰਿਟੀ ਆ। ਸੋ ਗੱਲਾਂ ਸ਼ੁਰੂ ਕੀਤੀ ਸੀ ਆਪਾਂ ਮੁੱਖ ਮੰਤਰੀ ਦਫ਼ਤਰ ਤੋਂ ਤੇ ਨਿਬੇੜਦੇ ਹਾਂ ਇਮੀਗ੍ਰੇਸ਼ਨ ਦਫ਼ਤਰ ਤੇ। ਇਮੀਗ੍ਰੇਸ਼ਨ ਦਫ਼ਤਰਾਂ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਪਲੀਜ਼ ਜ਼ਰੂਰ ਬਚੋ, ਕਿਉਂਕਿ ਤੁਸੀਂ ਹਰ ਪਰਿਵਾਰ ਜਿਹੜਾ ਘੱਟੋ ਘੱਟ ਇੱਕ ਛੱਡ ਕੇ ਉਹ ਬਾਹਰ ਜਾਣ ਦੀ
ਤਾਕ ਵਿੱਚ ਆ। ਸੋ ਅੱਜ ਦੀ ਜਿਹੜੀ ਸਪੈਸ਼ਲ ਸਾਡੀ ਹੈਗੀ ਆ ਚਰਚਾ, ਇਹਦੇ ਵਿੱਚ ਇੰਨਾ ਹੀ ਕਾਫੀ। ਕੱਲ੍ਹ ਨੂੰ ਮਿਲਾਂਗੇ ਇੱਕ ਨਵੀਆਂ ਖਬਰਾਂ ਦੇ ਨਾਲ। ਕੱਲ੍ਹ ਨੂੰ ਛਾਵਾਂਗੇ ਕੁਝ ਨਵੇਂ ਵਿਸ਼ੇ, ਹੋਰ ਗੱਲਾਂ 'ਤੇ ਚਰਚਾ ਕਰਾਂਗੇ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਮਨਵੈਤਨ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।